ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਭਰਾਓ ਤੇ ਭੈਣੋ, ਅੱਜ ਪਾਕ ਕਲੀਸਿਆ ਖਜੂਰੀ ਐਤਵਾਰ ਮਨਾ ਰਹੀ ਹੈ। ਅੱਜ ਦੁਨੀਆ ਭਰ ਦੇ ਸਾਰੇ ਗਿਰਜਾ ਘਰਾਂ ਦੇ ਵਿੱਚ ਖਜੂਰਾਂ ਦੀ ਬਰਕਤ ਹੁੰਦੀ ਹੈ ਅਤੇ ਉਸ ਦੇ ਬਾਅਦ ਪਾਕਮਾਸ ਦੀ ਕੁਰਬਾਨੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਦੁੱਖ ਭੋਗਣ ਦੀ ਉਹ ਪੂਰੀ ਘਟਨਾ ਨੂੰ ਅੰਜੀਲ ਦੇ ਵਿੱਚੋਂ ਪੜ੍ਹਿਆ ਜਾਂਦਾ ਹੈ। ਹਾਂ ਪਿਆਰਿਓ, ਆਓ ਅੱਜ ਇਸ ਪਾਵਨ ਦਿਹਾੜੇ ਦੇ ਮੌਕੇ 'ਤੇ ਅਸੀਂ ਪ੍ਰਭੂ ਦੇ ਵਚਨ ਨੂੰ ਸੁਣੀਏ। ਅੱਜ ਦੀ ਜੋ ਅੰਜੀਲ ਹੈ ਉਹ ਹੈ ਲੂਕਾ ਦੀ, ਉਸ ਦਾ 19 ਅਧਿਆਏ 28 ਤੋਂ ਲੈ ਕੇ 40 ਐਤ ਤੱਕ। ਇਹ ਖਜੂਰਾਂ ਦੀ ਬਰਕਤ ਦੇ ਸਮੇਂ ਇਹ ਅੰਜੀਲ ਪੜ੍ਹੀ ਜਾਂਦੀ ਹੈ। ਉਸ ਦੇ ਬਾਅਦ ਪਾਕਮਸ ਦੀ ਕੁਰਬਾਨੀ ਦੇ ਦੌਰਾਨ ਜੋ ਪਾਠ ਪੜ੍ਹੇ ਜਾਣਗੇ ਉਹ ਹਨ ਯਸ਼ਾਇਆ ਨਬੀ ਦਾ ਗ੍ਰੰਥ, ਉਸ ਦਾ 50 ਅਧਿਆਏ 4 ਤੋਂ 7 ਐਤ ਤੱਕ। ਫਿਲਪੀਆਂ ਦੀ ਵਿਸ਼ਵਾਸ ਸੰਗਤ ਨੂੰ ਸੰਤ ਪੌਲਸ ਦਾ ਖੱਤ, ਉਸ ਦਾ ਦੂਸਰਾ ਅਧਿਆਏ 6 ਤੋਂ 11 ਐਤ ਤੱਕ। ਅਤੇ ਪ੍ਰਭੂ ਯਿਸੂ ਮਸੀਹ ਦੇ ਦੁੱਖ ਭੋਗ ਦੀ ਜੋ ਯਾਦਗਾਰ ਹੈ ਉਹ ਲੂਕਾ ਦੀ ਅੰਜੀਲ 22 ਅਧਿਆਏ 14 ਐਤ ਤੋਂ ਲੈ ਕੇ 23 ਅਧਿਆਏ ਉਹਦੀ 56 ਐਤ ਤੱਕ। ਆਓ ਅਸੀਂ ਅੱਜ ਇਹਨਾਂ ਪਾਠਾਂ ਨੂੰ ਧਿਆਨ ਦੇ ਨਾਲ ਸੁਣੀਏ। ਅਸੀਂ ਉਸ ਦਿਨ ਨੂੰ ਯਾਦ ਕਰੀਏ ਜਦੋਂ ਪ੍ਰਭੂ ਯਿਸੂ ਮਸੀਹ ਸ਼ਾਨ ਦੇ ਨਾਲ ਯਰੂਸ਼ਲਮ ਦੇ ਵਿੱਚ ਦਾਖਲ ਹੋਏ ਅਤੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਦੁੱਖ, ਸਾਰੇ ਦਰਦ, ਸਾਰੀਆਂ ਬੇਇੱਜ਼ਤੀਆਂ ਸਾਡੇ ਕਾਰਨ ਸਹੇ। ਆਓ ਅਸੀਂ ਇਹਨਾਂ ਪਾਠਾਂ ਨੂੰ ਧਿਆਨ ਦੇ ਨਾਲ ਸੁਣੀਏ, ਇਹਨਾਂ ਦੇ ਉੱਤੇ ਮਨਨ ਕਰੀਏ। ਪਾਠ ਪਹਿਲਾ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ, ਉਸ ਦਾ 50 ਬਾਬ 4 ਆਇਤ ਤੋਂ ਲੈ ਕੇ 7 ਆਇਤ ਤੱਕ। ਪ੍ਰਭੂ ਪਰਮੇਸ਼ਵਰ ਨੇ ਮੈਨੂੰ ਸਿਖਾਇਆ ਹੈ ਕਿ ਮੈਂ ਥੱਕੇ ਹੋਏ ਨੂੰ ਸਹਾਰਾ ਦੇਣ ਲਈ ਕਹਾਂ। ਹਰ ਸਵੇਰ ਨੂੰ ਉਹ ਮੈਨੂੰ ਉਸ ਦੇ ਸੁਣਨ ਲਈ ਉਤਾਵਲਾ ਕਰ ਦਿੰਦਾ ਹੈ ਜੋ ਉਹ ਮੈਨੂੰ ਸਿਖਾਉਣਾ ਚਾਹੁੰਦਾ ਹੈ। ਪ੍ਰਭੂ ਨੇ ਮੈਨੂੰ ਸਮਝ ਦਿੱਤੀ ਹੈ ਅਤੇ ਮੈਂ ਉਸ ਦਾ ਨਾ ਵਿਦਰੋਹ ਕਰਦਾ ਹਾਂ ਅਤੇ ਨਾ ਹੀ ਉਸ ਵੱਲੋਂ ਮੂੰਹ ਮੋੜਦਾ ਹਾਂ। ਮੈਂ ਆਪਣੇ ਮਾਰਨ ਵਾਲਿਆਂ ਸਾਹਮਣੇ ਆਪਣਾ ਪਿੰਡਾ ਨੰਗਾ ਕਰ ਦਿੰਦਾ ਹਾਂ ਅਤੇ ਉਹ ਜਦੋਂ ਮੇਰਾ ਅਪਮਾਨ ਕਰਦੇ ਹਨ ਜਾਂ ਮੇਰੀ ਦਾੜ੍ਹੀ ਦੇ ਵਾਲ ਪੁੱਟਦੇ ਹਨ ਜਾਂ ਮੇਰੇ ਮੂੰਹ ਉੱਤੇ ਥੁੱਕਦੇ ਹਨ ਤਾਂ ਮੈਂ ਉਹਨਾਂ ਨੂੰ ਰੋਕਦਾ ਨਹੀਂ ਹਾਂ। ਪਰ ਉਹਨਾਂ ਦਾ ਅਪਮਾਨ ਮੇਰਾ ਨੁਕਸਾਨ ਨਹੀਂ ਕਰ ਸਕਦਾ, ਕਿਉਂਕਿ ਪ੍ਰਭੂ ਪਰਮੇਸ਼ਵਰ ਮੇਰੀ ਮਦਦ ਕਰਦਾ ਹੈ। ਇਸ ਲਈ ਮੈਂ ਉਸ ਅਪਮਾਨ ਨੂੰ ਝੱਲਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਪਾਠ ਦੂਸਰਾ ਫਿਲਪੀਆਂ ਦੇ ਨਾਮ ਪੱਤਰ ਵਿੱਚੋਂ, ਉਸ ਦਾ 2 ਬਾਬ 6 ਤੋਂ 11 ਆਇਤ ਤੱਕ। ਜਿਹੜਾ ਆਪ ਭਾਵੇਂ ਖੁਦਾ ਦਾ ਸਰੂਪ ਸੀ, ਪਰ ਉਸਨੇ ਖੁਦਾ ਨਾਲ ਆਪਣੀ ਬਰਾਬਰੀ ਨੂੰ ਅਜਿਹੀ ਚੀਜ਼ ਨਹੀਂ ਸਮਝਿਆ ਜਿਸ ਨਾਲ ਚਿੰਬੜਿਆ ਰਹੇ, ਸਗੋਂ ਉਸਨੇ ਆਪਣੇ ਆਪ ਨੂੰ ਖਾਲੀ ਕਰ ਦਿੱਤਾ, ਇੱਕ ਦਾਸ ਦਾ ਰੂਪ ਧਾਰਿਆ ਅਤੇ ਮਨੁੱਖੀ ਸੂਰਤ ਵਿੱਚ ਜਨਮ ਲਿਆ ਅਤੇ ਮਨੁੱਖੀ ਰੂਪ ਵਿੱਚ ਪਾਇਆ ਜਾ ਕੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਮੌਤ ਤੱਕ ਆਗਿਆਕਾਰ ਰਿਹਾ, ਇੱਥੋਂ ਤੱਕ ਕਿ ਸਲੀਬੀ ਮੌਤ ਤੱਕ। ਇਸ ਲਈ ਖੁਦਾ ਨੇ ਉਸ ਦਾ ਰੁਤਬਾ ਬਹੁਤ ਬੁਲੰਦ ਕੀਤਾ ਅਤੇ ਉਸ ਨੂੰ ਉਹ ਨਾਮ ਬਖਸ਼ਿਆ ਜੋ ਸਭ ਨਾਮਾਂ ਤੋਂ ਉੱਚਾ ਹੈ, ਤਾਂ ਜੋ ਯਿਸੂ ਦੇ ਨਾਮ ਉੱਤੇ ਹਰ ਗੋਡਾ ਟੇਕਿਆ ਜਾਵੇ, ਚਾਹੇ ਉਹ ਅਸਮਾਨ 'ਤੇ ਹੋਵੇ ਅਤੇ ਚਾਹੇ ਜ਼ਮੀਨ ਉੱਤੇ ਅਤੇ ਚਾਹੇ ਜ਼ਮੀਨ ਦੇ ਥੱਲੇ। ਅਤੇ ਖੁਦਾ ਬਾਪ ਦੀ ਮਹਿਮਾ ਲਈ ਹਰ ਜੀਵ ਇਕਰਾਰ ਕਰੇ ਕਿ ਯਿਸੂ ਮਸੀਹ ਪ੍ਰਭੂ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ।
ਜਦੋਂ ਉਹ ਬੈਤਫੈਗਾ ਅਤੇ ਬੈਤਨੀਆਂ ਦੇ ਲਾਗੇ ਜੈਤੂਨ ਨਾਂ ਦੇ ਪਹਾੜ ਦੇ ਨੇੜੇ ਪਹੁੰਚਿਆ ਤਾਂ ਉਸਨੇ ਚੇਲਿਆਂ ਵਿੱਚੋਂ 2 ਨੂੰ ਘੱਲਿਆ, ਇਹ ਕਹਿੰਦੇ ਹੋਏ, ਸਾਹਮਣੇ ਪਿੰਡ ਵਿੱਚ ਜਾਓ। ਉੱਥੇ ਪਹੁੰਚਦੇ ਹੀ ਤੁਸੀਂ ਇੱਕ ਵਛੇਰੇ ਨੂੰ ਬੰਨਿਆ ਹੋਇਆ ਵੇਖੋਗੇ, ਜਿਸ ਉੱਤੇ ਕਦੇ ਕੋਈ ਵੀ ਸਵਾਰ ਨਹੀਂ ਬੈਠਿਆ। ਉਸ ਨੂੰ ਖੋਲ੍ਹ ਕੇ ਇੱਥੇ ਲੈ ਆਓ। ਜੇਕਰ ਕੋਈ ਤੁਹਾਨੂੰ ਪੁੱਛੇ, ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ, ਤਾਂ ਤੁਸੀਂ ਇਹ ਕਹਿਣਾ, ਪ੍ਰਭੂ ਨੂੰ ਇਸ ਦੀ ਲੋੜ ਹੈ। ਇਸ ਲਈ ਜੋ ਭੇਜੇ ਗਏ ਸਨ, ਉਹਨਾਂ ਨੇ ਜਾ ਕੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਸਨੇ ਉਹਨਾਂ ਨੂੰ ਕਿਹਾ ਸੀ। ਜਦੋਂ ਵਛੇਰੇ ਨੂੰ ਖੋਲ੍ਹ ਰਹੇ ਸਨ ਤਾਂ ਉਸਦੇ ਮਾਲਕ ਨੇ ਉਹਨਾਂ ਨੂੰ ਕਿਹਾ, ਤੁਸੀਂ ਵਛੇਰੇ ਨੂੰ ਕਿਉਂ ਖੋਲ੍ਹ ਰਹੇ ਹੋ? ਤਦ ਉਹਨਾਂ ਨੇ ਕਿਹਾ, ਪ੍ਰਭੂ ਨੂੰ ਇਸ ਦੀ ਲੋੜ ਹੈ। ਉਹਨਾਂ ਨੇ ਵਛੇਰੇ ਨੂੰ ਯਿਸੂ ਕੋਲ ਲੈ ਆਂਦਾ ਅਤੇ ਆਪਣੇ ਕੱਪੜੇ ਉਸ ਉੱਤੇ ਵਿਛਾ ਕੇ ਯਿਸੂ ਨੂੰ ਉਸ ਉੱਤੇ ਸਵਾਰ ਕੀਤਾ। ਜਿਉਂ-ਜਿਉਂ ਉਸ ਦੀ ਸਵਾਰੀ ਅੱਗੇ ਜਾ ਰਹੀ ਸੀ, ਤਿਉਂ-ਤਿਉਂ ਲੋਕ ਆਪਣੇ ਕੱਪੜੇ ਸੜਕ ਉੱਤੇ ਵਿਛਾ ਰਹੇ ਸਨ। ਜਿਵੇਂ ਉਹ ਨੇੜੇ ਪਹੁੰਚ ਰਹੇ ਸਨ ਤਾਂ ਜੈਤੂਨ ਪਹਾੜ ਦੀ ਢਲਾਨ ਉੱਤੇ ਚੇਲਿਆਂ ਦੀ ਤਮਾਮ ਭੀੜ ਆਨੰਦਿਤ ਹੋ ਕੇ ਸਭ ਮਹਾਨ ਕੰਮਾਂ ਲਈ ਜੋ ਉਹਨਾਂ ਨੇ ਵੇਖੇ ਸਨ, ਉੱਚੀ ਆਵਾਜ਼ ਨਾਲ ਖੁਦਾ ਦੀ ਉਸਤਤ ਕਰਨ ਲੱਗੀ। ਉਹ ਕਹਿੰਦੇ ਸਨ, ਧੰਨ ਹੈ ਉਹ ਰਾਜਾ ਜੋ ਪ੍ਰਭੂ ਦੇ ਨਾਂ 'ਤੇ ਆਉਂਦਾ ਹੈ। ਸਵਰਗ ਵਿੱਚ ਸ਼ਾਂਤੀ ਅਤੇ ਉਚਾਈਆਂ ਵਿੱਚ ਮਹਿਮਾ। ਭੀੜ ਵਿੱਚੋਂ ਕੁਝ ਫਰੀਸੀਆਂ ਨੇ ਉਸ ਨੂੰ ਕਿਹਾ, ਗੁਰੂ ਜੀ, ਆਪਣੇ ਚੇਲਿਆਂ ਨੂੰ ਵਰਜੋ। ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਕਹਿੰਦਾ ਹਾਂ, ਜੇਕਰ ਇਹ ਚੁੱਪ ਰਹਿਣਗੇ ਤਾਂ ਪੱਥਰ ਬੋਲ ਪੈਣਗੇ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਦੱਸਿਆ ਹੈ ਕਿ ਅੱਜ ਖਜੂਰੀ ਐਤਵਾਰ ਹੈ ਤੇ ਅੱਜ ਦੀ ਜੋ ਮੁੱਖ ਅੰਜੀਲ ਹੈ ਉਹ ਲੂਕਾ ਦੀ ਅੰਜੀਲ ਵਿੱਚੋਂ ਪੜ੍ਹੀ ਜਾਣੀ ਸੀ, ਲੇਕਿਨ ਅੱਜ ਮੈਂ ਉਹ ਅੰਜੀਲ ਨੂੰ ਨਹੀਂ ਪੜ੍ਹਾਂਗਾ ਕਿਉਂਕਿ ਇਸ ਦੇ ਬਾਰੇ ਤੁਸੀਂ ਅੱਜ ਆਪਣੇ ਗਿਰਜਿਆਂ ਦੇ ਵਿੱਚ ਵਿਸਥਾਰ ਨਾਲ ਸੁਣੋਗੇ। ਅੱਜ ਮੈਂ ਤੁਹਾਡਾ ਧਿਆਨ ਯਸ਼ਾਇਆ ਨਬੀ ਦੁਆਰਾ ਲਿਖੇ ਗਏ ਅੱਜ ਦੇ ਪਹਿਲੇ ਪਾਠ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ। ਪਿਆਰਿਓ, ਅੱਜ ਯਸ਼ਾਇਆ ਨਬੀ ਇੱਕ ਦਾਸ ਦੀ ਗੱਲ ਕਰਦਾ ਹੈ। ਦਾਸ ਜਿਸ ਨੇ ਆਪਣੇ ਆਪ ਨੂੰ ਹਲੀਮ ਕਰ ਦਿੱਤਾ, ਦਾਸ ਜਿਸ ਨੇ ਆਪਣਾ ਪਿੰਡਾ ਆਪਣੇ ਵੈਰੀਆਂ ਨੂੰ ਦੇ ਦਿੱਤਾ ਤਾਂ ਕਿ ਉਸ ਉੱਤੇ ਮਾਰ ਪਿਟਾਈ ਕਰਨ, ਆਪਣੀ ਦਾੜੀ ਨੋਚਣ ਦੇ ਲਈ ਦੇ ਦਿੱਤੀ। ਹਾਂ ਪਿਆਰਿਓ, ਉਹ ਦਾਸ ਜਿਸ ਦੀ ਗੱਲ ਯਸ਼ਾਇਆ ਨਬੀ ਕਰਦਾ ਹੈ ਉਹ ਪ੍ਰਭੂ ਯਿਸੂ ਹੈ। ਤੇ ਉਹ ਪ੍ਰਭੂ ਯਿਸੂ ਦੇਖੋ ਕਿਸ ਹੱਦ ਤੱਕ ਦਾਸ ਬਣ ਗਿਆ। ਇੱਕ ਰਾਜਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਨੀਵਾਂ ਕਰਦਾ ਹੈ। ਮੱਤੀ ਦੀ ਅੰਜੀਲ 20 ਅਧਿਆਏ ਉਹਦੀ 28 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਪ੍ਰਭੂ ਯਿਸੂ ਮਸੀਹ ਆਪ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਸੇਵਾ ਕਰਨ ਲਈ ਆਇਆ ਹੈ, ਨਾ ਕਿ ਕਰਾਉਣ ਦੇ ਲਈ। ਮਨੁੱਖ ਦਾ ਪੁੱਤਰ ਸੇਵਾ ਕਰਨ ਦੇ ਲਈ ਆਇਆ ਹੈ, ਨਾ ਕਿ ਕਰਾਉਣ ਦੇ ਲਈ। ਹੁਣ ਦਾਸ ਦਾ ਕੰਮ ਕੀ ਹੈ? ਸੇਵਾ ਕਰਨਾ। ਤੇ ਪ੍ਰਭੂ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਹੀ ਸੇਵਾ ਕੀਤੀ। ਸੇਵਾ ਕੀਤੀ, ਹਾਲਾਂਕਿ ਉਹ ਰਾਜਾ ਹੈ। ਜੇਕਰ ਤੁਸੀਂ ਸ਼ਨੀਵਾਰ ਦੀ ਮੇਰੀ ਜੋ ਵਿਆਖਿਆ ਸੀਗਾ ਵਚਨ ਦੇ ਉੱਤੇ ਸੁਣੀ ਸੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਰਾਜੇ ਦੇ ਬਾਰੇ ਦੱਸਿਆ ਸੀ। ਉਹ ਰਾਜਾ ਪ੍ਰਭੂ ਯਿਸੂ ਮਸੀਹ ਹੈ। ਇਹ ਰਾਜਾ ਵੱਖਰਾ ਰਾਜਾ ਹੈ। ਇਹ ਰਾਜਾ ਹੈ ਜੋ ਸੇਵਾ ਕਰਨ ਦੇ ਲਈ ਆ ਗਿਆ ਹੈ, ਰਾਜ ਕਰਨ ਦੇ ਲਈ ਨਹੀਂ, ਸੇਵਾ ਕਰਨ ਦੇ ਲਈ ਆਇਆ ਹੈ। ਹੁਣ ਆਮ ਕਰਕੇ ਰਾਜੇ ਵੱਡੇ ਵੱਡੇ ਮਹਿਲਾਂ 'ਚ ਰਹਿੰਦੇ ਨੇ। ਆਮ ਕਰਕੇ ਰਾਜੇ ਘੋੜਿਆਂ ਤੇ ਸਵਾਰੀ ਕਰਦੇ ਨੇ, ਹਾਥੀਆਂ ਤੇ ਸਵਾਰੀ ਕਰਦੇ ਹਨ, ਲੇਕਿਨ ਇਹ ਰਾਜਾ ਬਿਲਕੁਲ ਅਲੱਗ ਹੈ। ਇਹ ਰਾਜਾ ਲੋਕਾਂ ਦੇ ਵਿੱਚ ਵਿਚਰਨ ਦੇ ਲਈ, ਲੋਕਾਂ ਦੇ ਨਾਲ ਤੁਰਨ ਫਿਰਨ ਦੇ ਲਈ, ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਦੇ ਲਈ, ਇਹ ਰਾਜਾ ਦਿਲਾਂ ਦੇ ਉੱਤੇ ਰਾਜ ਕਰਨ ਦੇ ਲਈ ਆਇਆ ਹੈ। ਤੇ ਅੱਜ ਵੀ ਦੇਖੋ ਇਹ ਰਾਜੇ ਦੀ ਇੱਕ ਖਾਸੀਅਤ ਦੇਖੋ,
ਉਹਦੀ ਸਵਾਰੀ ਕਾਹਦੇ ਉੱਤੇ ਹੋ ਰਹੀ ਹੈ ਅੱਜ? ਇੱਕ ਗਧੇ ਦੇ ਉੱਤੇ ਹੋ ਰਹੀ ਹੈ। ਗਧਾ ਜਿਸ ਨੂੰ ਭਾਰ ਢੋਣ ਦੇ ਲਈ ਵਰਤਿਆ ਜਾਂਦਾ ਹੈ, ਜਿਸ ਨੂੰ ਇੱਕ ਆਮ ਜਾਨਵਰ ਸਮਝਿਆ ਜਾਂਦਾ ਹੈ, ਅੱਜ ਪ੍ਰਭੂ ਇੰਨਾ ਜ਼ਿਆਦਾ ਨਿਮਾਣਾ ਹੋ ਗਿਆ ਕਿ ਉਹ ਗਧੇ ਦੇ ਉੱਤੇ ਸਵਾਰੀ ਕਰ ਰਿਹਾ ਹੈ। ਹਾਂ ਪਿਆਰਿਓ, ਜਦੋਂ ਪ੍ਰਭੂ ਸਵਾਰੀ ਕਰਦਾ ਹੈ ਤਾਂ ਪਿਆਰਿਓ ਮਹਾਨ ਕੰਮ ਹੁੰਦੇ ਹਨ। ਤੇ ਪਿਆਰਿਓ, ਕਿਸੇ ਨੇ ਇੱਕ ਕਹਾਣੀ ਗਧੇ ਦੇ ਬਾਰੇ ਇੱਕ ਕਹਾਣੀ ਬੋਲੀ ਹੈ, ਸ਼ਾਇਦ ਤੁਸੀਂ ਸੁਣੀ ਵੀ ਹੋਏਗੀ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਕਹਿੰਦੇ ਹਨ ਕਿ ਉਹ ਗਧਾ, ਉਹ ਸ਼ੇਰਾ, ਜਦੋਂ ਉਸ ਨੂੰ ਲਿਆਂਦਾ ਗਿਆ, ਉਹਦੇ ਉੱਤੇ ਕਦੇ ਵੀ ਅੱਜ ਤੱਕ ਕੋਈ ਸਵਾਰ ਨਹੀਂ ਹੋਇਆ ਸੀ। ਤੇ ਜਦੋਂ ਉਸ ਨੂੰ ਲਿਆਂਦਾ ਗਿਆ ਤੇ ਪ੍ਰਭੂ ਯਿਸੂ ਮਸੀਹ ਉਹ ਗਧੇ ਦੇ ਉੱਤੇ ਕੱਪੜੇ ਵਿਛਾਏਂਗੇ, ਪ੍ਰਭੂ ਯਿਸੂ ਮਸੀਹ ਉਹਦੇ ਉੱਤੇ ਬਹਿ ਗਿਆ ਤੇ ਲੋਕਾਂ ਨੇ ਰਾਹ ਦੇ ਵਿੱਚ ਵੀ ਕੱਪੜੇ ਵਿਛਾਉਣੇ ਸ਼ੁਰੂ ਕਰ ਦਿੱਤੇ। ਮਤਲਬ ਕਿ ਉਹ ਗਧੇ ਦੀ ਵੀ ਨਾਲ ਜੈ ਜੈਕਾਰ ਹੋਣ ਲੱਗੀ। ਤੇ ਇਹੋ ਹੀ ਗਧਾ ਜਦੋਂ ਉਹਦੀ ਸਵਾਰੀ ਖਤਮ ਹੋ ਗਈ ਤੇ 1-2 ਦਿਨ ਦੇ ਬਾਅਦ ਜਦੋਂ ਦੂਜੇ ਗਧਿਆਂ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਯਾਰ ਅੱਜ ਤਾਂ ਕੋਈ ਪੁੱਛ ਹੀ ਨਹੀਂ ਰਿਹਾ ਮੈਨੂੰ। ਕੱਲ ਜਦੋਂ ਮੇਰੇ ਉੱਤੇ ਯਿਸੂ ਸਵਾਰ ਸੀ ਤਾਂ ਕਿੰਨੇ ਲੋਕਾਂ ਨੇ ਉੱਤੇ ਕੱਪੜੇ ਵਿਛਾਏ, ਰਾਹ ਦੇ ਵਿੱਚ ਵੀ ਕੱਪੜੇ ਵਿਛਾਏ, ਕਿੰਨੀ, ਕਹਿੰਦਾ ਕਿ ਮੇਰਾ ਟੌਰ ਹੀ ਬੜਾ ਸੀ। ਤੇ ਕਿਸੇ ਦੂਜੇ ਗਧੇ ਨੇ ਉਹਨੂੰ ਕਿਹਾ ਕਿ ਕੱਲ ਤੇਰਾ ਟੌਰ ਇਸ ਲਈ ਸੀ ਕਿਉਂਕਿ ਯਿਸੂ ਤੇਰੇ ਨਾਲ ਸੀ। ਹਾਂ ਪਿਆਰਿਓ, ਇੱਥੇ ਵੀ ਅਸੀਂ ਇੱਕ ਪਾਠ, ਇੱਕ ਲੈਸਨ ਸਿੱਖਣਾ ਹੈ। ਇੱਕ ਛੋਟੀ ਜੀ ਕੋਈ ਕਹਾਣੀ ਹੈ, ਕਿਸੇ ਨੇ ਬਣਾਈ ਹੈ, ਲੇਕਿਨ ਇੱਥੇ ਵੀ ਜੇਕਰ ਪ੍ਰਭੂ ਸਾਡੇ ਨਾਲ ਹੈ ਤਾਂ ਸਾਡੀ ਵੈਲਿਊ ਹੈ, ਸਾਡਾ ਮਹੱਤਵ ਹੈ। ਸਾਡੇ ਜੀਵਨ ਦੇ ਵਿੱਚ ਪ੍ਰਭੂ ਦੀ ਮੌਜੂਦਗੀ ਦੇ ਨਾਲ ਬਰਕਤਾਂ ਆ ਜਾਣਗੀਆਂ। ਤੇ ਅੱਜ ਜਦ ਅਸੀਂ ਪ੍ਰਭੂ ਯਿਸੂ ਮਸੀਹ ਦੇ ਉਸ ਦੁੱਖ ਭੋਗਣ ਦਾ ਉਹ ਸਮਾਰੋਹ ਮਨਾ ਰਹੇ ਹਾਂ, ਜਿਸ ਨੂੰ ਅਸੀਂ ਖਜ਼ੂਰੀ ਐਤਵਾਰ ਵੀ ਕਹਿੰਦੇ ਹਾਂ, ਪਿਆਰਿਓ, ਅੱਜ ਅਸੀਂ ਇਹਨਾਂ ਭੇਦਾਂ ਦੇ ਉੱਤੇ ਧਿਆਨ ਕਰਨਾ ਹੈ। ਕਿਹੜਾ ਭੇਦ ਹੈ? ਉਹ ਰਾਜਾ ਜੋ ਸੇਵਕ ਬਣ ਗਿਆ ਹੈ, ਉਹ ਰਾਜਾ ਜਿਹੜਾ ਆਪਣੇ ਆਪ ਨੂੰ ਹਲੀਮ ਕਰਨ ਦੇ ਲਈ ਆਇਆ ਹੈ। ਤੇ ਅੱਜ ਉਹ ਰਾਜਾ ਸਾਡੇ ਤੋਂ ਵੀ ਮੰਗ ਕਰਦਾ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਹਲੀਮ ਕਰੀਏ। ਤੇ ਪਿਆਰਿਓ, ਹਲੀਮ ਬਣਨਾ ਹੈ, ਅਸੀਂ ਪਰਿਵਾਰਾਂ ਦੇ ਵਿੱਚ ਹਲੀਮ ਬਣਨਾ ਹੈ। ਅੱਜ ਅਸੀਂ ਸਾਰੇ ਫੈਸਲਾ ਕਰੀਏ ਕਿ ਮੈਂ ਜਿੰਨਾ ਵੀ ਮੇਰੇ ਤੋਂ ਹੋ ਸਕੇਗਾ ਮੈਂ ਆਪਣੇ ਆਪ ਨੂੰ ਹਲੀਮ ਕਰਨਾ ਹੈ। ਘਰ ਦੇ ਵਿੱਚ ਮੈਂ ਹਲੀਮ ਬਣਨਾ ਹੈ। ਹਲੀਮ ਬੇਟਾ ਬਣ ਕੇ ਮੈਂ ਜੀਵਨ ਗੁਜ਼ਾਰਾਂਗਾ, ਬੇਟੀ ਬਣ ਕੇ ਮੈਂ ਜੀਵਨ ਗੁਜ਼ਾਰਾਂਗੀ। ਇੱਕ ਚੰਗਾ ਹਲੀਮ ਬਾਪ ਬਣ ਕੇ, ਚੰਗੀ ਹਲੀਮ ਮਾਂ ਬਣ ਕੇ ਮੈਂ ਜੀਵਨ ਗੁਜ਼ਾਰਾਂਗੀ। ਮਤਲਬ ਕਿ ਹਰ ਕੋਈ ਹਲੀਮ ਬਣੇ, ਕਿਉਂਕਿ ਸਾਡਾ ਪ੍ਰਭੂ ਯਿਸੂ ਹਲੀਮ ਬਣ ਗਿਆ, ਦਾਸ ਬਣ ਗਿਆ। ਅਸੀਂ ਉਸ ਤਰ੍ਹਾਂ ਦੇ ਸੇਵਕ ਬਣਨਾ ਹੈ ਜੋ ਸੇਵਾ ਕਰਨ ਦੇ ਲਈ ਆਏ, ਨਾ ਕਿ ਸੇਵਾ ਕਰਾਉਣ ਦੇ ਲਈ। ਇਸ ਕਰਕੇ ਪਿਆਰਿਓ, ਅੱਜ ਇੱਕ ਹੋਰ ਚੀਜ਼ ਅੰਜੀਲ ਦੇ ਵਿੱਚ ਇੱਕ ਲਫ਼ਜ਼ ਬੋਲਿਆ ਗਿਆ ਹੈ। ਪ੍ਰਭੂ ਯਿਸੂ ਕਹਿੰਦਾ ਹੈ ਕਿ ਜਦੋਂ ਤੁਸੀਂ ਵਛੇਰੇ ਨੂੰ ਖੋਲ੍ਹਣ ਲਈ ਜਾਓਗੇ, ਜੇਕਰ ਕੋਈ ਤੁਹਾਨੂੰ ਪੁੱਛੇਗਾ, ਰੋਕੇਗਾ, ਤਾਂ ਸਿਰਫ ਉਹਨਾਂ ਨੂੰ ਇਹੋ ਗੱਲ ਕਹਿਣੀ ਕਿ ਪ੍ਰਭੂ ਨੂੰ ਇਸ ਦੀ ਲੋੜ ਹੈ। ਅੱਜ ਸਾਡੇ ਵਰਗੇ ਦਾਸਾਂ ਦੀ ਪ੍ਰਭੂ ਨੂੰ ਲੋੜ ਹੈ। ਅਸੀਂ ਵੀ ਆਪਣੇ ਆਪ ਨੂੰ ਪ੍ਰਭੂ ਦੇ ਲਈ ਨਿਮਾਣੇ ਗਧੇ ਵਾਂਗ ਬਣਾਉਣਾ ਹੈ, ਤਾਂ ਕਿ ਪ੍ਰਭੂ ਸਾਡੇ ਉੱਤੇ ਸਵਾਰ ਹੋ ਜਾਵੇ, ਪ੍ਰਭੂ ਸਾਡੇ ਤੇ ਬੈਠੇ ਅਤੇ ਸਾਨੂੰ ਯੋਗ ਬਣਾ ਲਵੇ। ਜਿਸ ਤਰ੍ਹਾਂ ਕਿ ਉਹ ਗਧੇ ਦੀ ਜੈ ਜੈਕਾਰ ਹੋਈ, ਸਾਡੇ ਰਾਹੀਂ ਵੀ ਇਹ ਨਿਮਾਣੇ ਜਾਨਵਰ ਦੇ ਰਾਹੀਂ ਅਸੀਂ ਪ੍ਰਭੂ ਨੂੰ ਜਲਾਲ ਦੇ ਸਕਦੇ ਹਾਂ। ਗੱਲ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਨਿਮਾਣਾ ਬਣਾਉਣਾ ਹੈ। ਤੇ ਪਿਆਰਿਓ, ਇਹ ਜਿਹੜੇ ਦਿਨ ਹਨ, ਇਹ ਪਾਕ ਹਫਤਾ ਅਸੀਂ ਪ੍ਰਾਰਥਨਾ ਦੇ ਵਿੱਚ ਰਹੀਏ। ਜ਼ਿਆਦਾ ਤੋਂ ਜ਼ਿਆਦਾ ਸਮਾਂ ਪ੍ਰਾਰਥਨਾ ਦੇ ਵਿੱਚ। ਕੋਈ ਵੀ ਭੜਕਾਊ ਗੀਤ ਨਾ ਸੁਣੀਏ, ਫਿਲਮੀ ਜਿੰਨੇ ਵੀ ਗੀਤ, ਜੋ ਵੀ ਟੈਲੀਵਿਜ਼ਨ ਹੈ, ਥੋੜ੍ਹੇ ਸਮੇਂ ਦੇ ਲਈ ਅਸੀਂ ਬੰਦ ਕਰ ਦਈਏ। ਸਾਡਾ ਪ੍ਰਭੂ ਯਿਸੂ ਹੁਣ ਦੁੱਖ ਸਹਿਣ ਜਾ ਰਿਹਾ ਹੈ, ਅਸੀਂ ਉਹਦੀ ਖਾਤਰ ਇਹ ਕੁਰਬਾਨੀ ਅਸੀਂ ਕਰੀਏ। ਟੀਵੀ ਦੇਖਣਾ ਅਸੀਂ ਥੋੜ੍ਹੇ 1 ਹਫ਼ਤੇ ਦੇ ਲਈ ਬੰਦ ਕਰ ਦਈਏ। ਵਚਨ ਪੜ੍ਹੀਏ, ਜਦੋਂ ਵੀ ਟਾਈਮ ਲੱਗਦਾ ਹੈ ਵਚਨ ਪੜ੍ਹੀਏ, ਜਦੋਂ ਵੀ ਟਾਈਮ ਲੱਗਦਾ ਹੈ ਗਿਰਜੇ ਜਾ ਕੇ ਪ੍ਰਾਰਥਨਾ ਕਰੀਏ। ਮਤਲਬ ਕਿ ਆਪਣੇ ਆਪ ਨੂੰ ਪ੍ਰਭੂ ਦੇ ਲਈ ਯੋਗ ਬਣਾਈਏ, ਕਿਉਂਕਿ ਪ੍ਰਭੂ ਨੂੰ ਸਾਡੀ ਲੋੜ ਹੈ।
ਹਰੇਕ ਦੀ ਲੋੜ ਹੈ। ਅੱਜ ਪ੍ਰਭੂ ਸਾਡਾ ਵੀ ਉਸ ਵਛੇਰੇ ਦੇ ਵਾਂਗ ਇਸਤੇਮਾਲ ਕਰਨਾ ਚਾਹੁੰਦਾ ਹੈ। ਅਸੀਂ ਆਪਣੇ ਆਪ ਨੂੰ ਸਮਰਪਿਤ ਕਰੀਏ। ਤੇ ਪਿਆਰਿਓ, ਜਦੋਂ ਤੁਸੀਂ ਇਹ ਕੰਮ ਕਰੋਗੇ ਨਾ, ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਹਲੀਮ ਬਣਾ ਲਿਆ, ਦਾਸ ਬਣਾ ਲਿਆ, ਤੇ ਇਹ ਜੋ ਦਿਨ ਹਨ ਇਹਨਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰਭੂ ਨੂੰ ਸਮਰਪਿਤ ਕਰ ਦਿੱਤਾ, ਤੇ ਤੁਸੀਂ ਪਾਸਕਾ ਨੂੰ ਬੜੀ ਖੁਸ਼ੀ ਦੇ ਨਾਲ ਇਸਰਾਈਲੀ ਕੌਮ ਦੇ ਵਾਂਗ, ਜਿਸ ਤਰ੍ਹਾਂ ਉਹਨਾਂ ਨੇ ਪਾਸਕਾ ਮਨਾਇਆ, ਖੁਸ਼ੀ ਮਨਾਈ, ਅਸੀਂ ਵੀ ਉਹ ਜੀ ਉੱਠਣ ਦੇ ਪ੍ਰਭੂ ਦੇ ਜਸ਼ਨਾਂ ਨੂੰ ਅਸੀਂ ਮਨਾਉਣ ਦੇ ਯੋਗ ਹੋ ਜਾਵਾਂਗੇ। ਸਾਨੂੰ ਅਨੋਖੀ ਖੁਸ਼ੀ ਮਿਲੇਗੀ, ਸਾਨੂੰ ਅਨੋਖੀਆਂ ਬਰਕਤਾਂ ਮਿਲਣਗੀਆਂ। ਤੇ ਇਸ ਲਈ ਆਓ ਅਸੀਂ ਅੱਜ ਜਦ ਇਹ ਖਜੂਰੀ ਐਤਵਾਰ ਮਨਾ ਰਹੇ ਹਾਂ, ਅਸੀਂ ਇਸ ਦਿਨ ਦੀ ਮਹੱਤਤਾ ਨੂੰ ਜਾਣੀਏ ਅਤੇ ਯਿਸੂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋ ਕੇ ਯਿਸੂ ਦੀਆਂ ਅਪਾਰ ਬਰਕਤਾਂ ਨੂੰ ਹਾਸਲ ਕਰੀਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।